ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲੇ ਵੀਡੀਓ ਜਿਹੜੀ ਮੈਂ ਅਪਲੋਡ ਕੀਤੀ ਸੀਗੀ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਣਨ ਦੇ ਉੱਤੇ ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਹਨ। ਸੁਣੀਏ ਦੁੱਖ ਪਾਪ ਕਾ ਨਾਸ, ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਅਨਾਹਤ ਸ਼ਬਦ ਸੁਣਨ ਨਾਲ। ਫਿਰ ਗੁਰੂ ਅਮਰਦਾਸ ਜੀ ਨੇ ਕੀ ਐਕਸਪੈਰੀਮੈਂਟ ਕੀਤਾ ਉਹਦੇ ਉੱਤੇ ਸੁਣਨ ਦੀ ਗਤੀ ਨੂੰ ਪਕੜ ਕੇ, ਫਿਰ ਉਹਨਾਂ ਨੇ ਕੀ ਪ੍ਰਾਪਤੀ ਕੀਤੀ, ਉਹ ਜਿਹੜੀ ਗੱਲਾਂ ਆਪਾਂ ਵਿਚਾਰ ਕਰ ਰਹੇ ਸਨ। ਉਸ ਵਿਚਾਰ ਵਿੱਚ ਇਹ ਦੱਸਿਆ ਗਿਆ ਕਿ ਸਰੀਰ ਦੇ ਅੰਦਰ ਜਦ ਤੱਕ ਮਨੁੱਖ ਮਨ ਵਿੱਚ ਹਰੀ ਨੂੰ ਨਹੀਂ ਵਸਾਏਗਾ ਤਦ ਤੱਕ ਸਰੀਰ ਜਿਹੜਾ ਪ੍ਰਵਾਨ ਨਹੀਂ ਹੋਏਗਾ, ਔਰ ਅੱਖਾਂ ਨਾਲ ਜਦ ਤੱਕ ਹਰੀ ਦਾ ਰਸ ਨਹੀਂ ਵੇਖੇਗਾ, ਸੰਸਾਰ ਹੀ ਵੇਖਦਾ ਰਹੇਗਾ, ਤਾਂ ਫਿਰ ਅੱਖਾਂ ਵਿੱਚ ਜਿਹੜੀ ਪਰਮਾਤਮਾ ਨੇ ਜੋਤ ਰੱਖੀ ਹੈ ਔਰ ਜੋਤ ਰੱਖਣ ਦਾ ਜਿਹੜਾ ਪਰਪਸ ਸੀ ਕਿ ਜਾ ਪਈ ਤੂੰ ਵੇਖ ਕੇ ਆ ਹਰੀ ਨੂੰ ਅੱਖਾਂ ਨਾਲ ਇਸ ਜਗਤ ਦੇ ਅੰਦਰ, ਉਹ ਪਰਪਸ ਜਿਹੜਾ ਹੈ ਉਹ ਸਾਲਵ ਨਹੀਂ ਕਰ ਰਿਹਾ, ਕਿਉਂਕਿ ਬੰਦੇ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਮੈਂ ਸਰੀਰ ਕਿਉਂ ਆਇਆ, ਉਹਦੇ ਵਿੱਚ ਜੋਤ ਰੱਖੀ ਹੈ, ਉਹ ਕੀ ਕਰਨਾ, ਕੀ ਵੇਖਣਾ, ਕਿਸ ਤਰ੍ਹਾਂ ਵੇਖਣਾ ਹੈ, ਕਿਤਨਾ ਵੇਖਣਾ ਬਾਹਰ, ਕਿਤਨਾ ਅੰਦਰ, ਕਿਤਨਾ ਸਮਝਣਾ ਹੈ ਵੇਖ ਕੇ, ਉਹ ਕੋਈ ਗੱਲ ਜਿਹੜੀ ਹੈ ਬੰਦੇ ਨੂੰ ਸਮਝ ਨਹੀਂ ਆ ਰਹੀ। ਲੇਕਿਨ ਮਹਾਰਾਜ ਨੇ ਬਾਣੀ ਵਿੱਚ ਜਿਹੜਾ ਹੈ ਇੱਕ ਇੱਕ ਚੀਜ਼ ਬੜੇ ਕੈਟੇਗੋਰੀਕਲੀ ਸਮਝਾਇਆ ਹੈ ਕਿ ਕਿਹੜਾ ਅੰਗ ਕਿਸ ਵਾਸਤੇ ਲੱਗਿਆ ਹੈਗਾ, ਅੱਖਾਂ ਕਿਸ ਵਾਸਤੇ ਲੱਗੀਆਂ ਹੈਗੀਆਂ ਨੇ, ਤੇ ਅੱਖਾਂ ਨਾਲ ਕੀ ਵੇਖਣਾ ਹੈ, ਲੇਕਿਨ ਤੂੰ ਕੀ ਵੇਖ ਰਿਹਾ। ਇਹ ਸਾਰੀਆਂ ਗੱਲਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਆਪਾਂ ਅਜੇ ਥੋੜ੍ਹੀ ਦੇਰ ਪਹਿਲੇ ਪਿਛਲੇ ਵੀਡੀਓ ਵਿੱਚ ਵਿਚਾਰ ਰੱਖੀ ਹੈ। ਹੁਣ ਗੁਰੂ ਮਹਾਰਾਜ ਅਗਲਾ ਜਿਹੜਾ ਹੈ ਨਾ ਉਹ ਦੱਸਣਗੇ ਕਿ ਕੰਨ ਕਿਸ ਵਾਸਤੇ ਸਾਡੇ ਸਰੀਰ ਵਿੱਚ ਲਗਾਏ ਨੇ। ਇਹ ਗੁਰੂ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ ਤੇ ਆਪਾਂ ਉਹਦੇ ਉੱਤੇ ਆਪਣਾ ਵਿਚਾਰ ਰੱਖਾਂਗੇ। ਇਹ ਸ਼੍ਰਵਣੋ ਮੇਰੇ ਹੋ। ਸ਼੍ਰਵਣ ਮਤਲਬ ਸੁਣਨ ਦੀ ਜਿਹੜਾ ਉਹ ਹੈਗਾ ਆਰਗਨ, ਅਰਥਾਤ ਕੰਨ। ਇੰਗਲਿਸ਼ ਵਿੱਚ ਈਅਰਸ, ਦੋ ਕੰਨ ਹਨ ਇਸ ਕਰਕੇ ਈਅਰਸ। ਇਹ ਸ਼੍ਰਵਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ। ਕਿਸ ਵਾਸਤੇ ਭੇਜੇ ਗਏ ਨੇ ਲਾ ਕੇ ਕਿ ਮਨੁੱਖਾ ਤੂੰ ਸੱਚ ਸੁਣੀ। ਸਾਚੇ ਸੁਣਨੇ ਨੂੰ ਪਠਾਏ। ਦੂਜੀ ਵਾਰੀ ਫਿਰ ਗੁਰੂ ਮਹਾਰਾਜ ਦੇਰ ਲਿਖ ਰਹੇ ਨੇ ਕਿ ਸਾਚੇ ਸੁਣਨ ਨੂੰ ਪਠਾਏ। ਪਹਿਲੀ ਵਾਰੀ ਇੱਕ ਵਾਰੀ ਲਿਖਿਆ ਲੇਕਿਨ ਉਹਦੇ ਉੱਤੇ ਜ਼ੋਰ ਪਾ ਰਹੇ ਨੇ, ਦੂਜੀ ਵਾਰੀ ਲਿਖ ਕੇ ਜ਼ੋਰ ਪਾ ਰਹੇ ਨੇ। ਸਾਚੇ ਸੁਣਨੇ ਨੂੰ ਪਠਾਏ। ਸਰੀਰ ਲਾਏ, ਸਰੀਰ ਦੇ ਵਿੱਚ ਕੰਨ ਲਾਏ ਹੋਏ ਨੇ ਸੱਚੇ ਸੁਣਨ ਵਾਸਤੇ ਨੂੰ। ਸੁਣੋ ਸਤ ਬਾਣੀ, ਸੱਚੀ ਬਾਣੀ ਨੂੰ ਸੁਣ, ਇਸ ਵਾਸਤੇ ਲਾਏ ਨੇ ਕੰਨ। ਜਿਤ ਸੁਣੀ ਮਨ ਤਨ ਹਰਿਆ ਹੋਆ। ਉਸ ਬਾਣੀ ਨੂੰ ਸੁਣਨ ਨਾਲ ਤੇਰਾ ਮਨ ਔਰ ਤਨ ਹਰਾ ਭਰਾ ਹੋ ਜਾਏਗਾ, ਮਤਲਬ ਤਰੋ ਤਾਜ਼ਾ, ਤਾਜ਼ਗੀ ਆ ਜਾਏਗੀ ਤਨ ਵਿੱਚ ਵੀ ਉਹ ਮਨ ਵਿੱਚ ਵੀ। ਕੀ ਸੁਣਨ ਨਾਲ? ਸੱਚ। ਔਰ ਸੱਚ ਜਿਹੜਾ ਹੈ ਉਹ ਕੰਨ ਦੇ ਰਾਹੀਂ ਜਾਏਗਾ। ਸੱਚ ਜਿਹੜਾ ਹੈ ਕੰਨ ਇਸੇ ਕਰਕੇ ਲਾਏ ਨੇ ਪਰਮਾਤਮਾ ਨੇ, ਪਠਾਏ, ਤਾਂ ਕਿ ਤੂੰ ਸੱਚ ਸੁਣ। ਔਰ ਸੱਚ ਜਿਹੜਾ ਕੰਨਾਂ ਦੇ ਥਰੂ ਜਾਏਗਾ, ਅਰਥਾਤ ਸੱਤ ਜਿਹੜਾ ਹੈਗਾ ਉਹ ਕੰਨਾਂ ਦੇ ਥਰੂ ਸਰੀਰ ਵਿੱਚ ਜਾਏਗਾ ਔਰ ਮਨ ਤਨ ਹਰਿਆ ਹੋ ਜਾਏਗਾ, ਫਰੈਸ਼ ਹੋ ਜਾਏਗਾ, ਸ਼ਾਂਤ ਹੋ ਜਾਏਗਾ, ਨਿਰਮਲ ਹੋ ਜਾਏਗਾ, ਕੋਮਲ ਹੋ ਜਾਏਗਾ। ਉਹਦੇ ਵਿੱਚ ਉਹ ਜਦ ਜਿਸ ਤਰ੍ਹਾਂ ਹੀ ਸੱਚ ਜਾਏਗਾ, ਸੱਚ ਹੀ ਪਰਮਾਤਮਾ ਆਏਗਾ। ਸੱਚ ਕੋਈ ਪਰਮਾਤਮਾ ਤੋਂ ਵੱਖਰਾ ਨਹੀਂ ਹੈ।
ਸਤ ਤੋਂ ਹੀ ਹਰ ਕੁਝ ਉਪਜਿਆ ਹੈਗਾ। ਸਤ ਤੇ ਪਾਉਣਾ ਭਇਆ, ਪਾਉਣੇ ਤੇ ਜਲ, ਜਲ ਤੇ ਤ੍ਰਿਭਣ ਮੌਲਿਓ, ਘਟ ਘਟ ਜੋਤ ਸਮੋਈ। ਘਟ ਘਟ ਵਿੱਚ ਉਸ ਦੀ ਜੋਤ ਸਮਾਈ ਹੋਈ ਹੈ, ਲੇਕਿਨ ਸੱਚ ਨਾਲ ਹੀ ਪਵਨ ਬਣਿਆ ਹੋਇਆ, ਕਿਉਂਕਿ ਸੱਚ ਹੀ ਸਭ ਤੋਂ ਫਸਟ ਹੈਗਾ। ਉਹ ਸ਼ਬਦ ਵੀ ਸੱਚ ਹੈਗਾ ਔਰ ਸੁਰਤ ਵੀ ਸੱਚ ਹੈਗੀ। ਸੱਚ ਜਿਹੜਾ ਹੈ ਸੁਰਤ ਨਾਲ ਆਪਾਂ ਨੂੰ, ਔਰ ਸੁਰਤ ਦਾ ਮਤਲਬ ਹੀ ਹੈ ਕਿ ਸੁਰਾਂ ਨੂੰ ਸੁਣਨ ਵਾਲੀ ਜਿਹੜੀ ਸੰਗਿਆ ਹੈ, ਔਰਗਨ ਹੈ, ਜੇ ਚੀਜ਼ ਹੈ, ਉਹ ਸੁਰਤ ਕਹਿਲਾਂਦੀ। ਸੁਰ ਮਤਲਬ ਇਹ ਜਿਹੜੀ ਭਾਸ਼ਾ ਆਪਾਂ ਬੋਲ ਚਾਲ ਵਿੱਚ ਬੋਲ ਰਹੇ ਹਾਂ, ਸੁਰ। ਸੰਗੀਤ ਦੇ ਵੀ ਸੁਰ ਰਹਿੰਦੇ, ਸੁਣਨ ਵਾਲੀ ਚੀਜ਼ ਨੂੰ ਸੁਰ ਬੋਲਦੇ। ਔਰ ਉਸਨੂੰ ਜਿਹੜੀ ਚੀਜ਼ ਸੁਣਦੀ ਪਈ ਹੈ, ਕੰਟੀਨਿਊਸ ਵਾਚ ਕਰ ਰਹੀ ਹੈ, ਸੁਰਤ। ਤੇ ਸੁਰਤ ਜਿਹੜਾ ਉਹ ਬਹੁਤ ਹੀ ਉੱਚਾ ਸ਼ਬਦ ਹੈ। ਸੁਰ ਉੱਚਾ ਹੈ, ਉਹ ਉਸਨੂੰ ਜਿਹੜਾ ਵਾਚ ਕਰ ਰਿਹਾ ਉਹ ਸੁਰਤ ਹੈਗੀ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀਏ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਜਦ ਆਪਾਂ ਕੇਅਰਫੁੱਲੀ ਸੁਣਾਂਗੇ, ਤਨ ਮਨ ਹਰਿਆ ਹੋ ਜਾਏਗਾ। ਔਰ ਰਸਨਾ ਵਿੱਚ ਜਿਹੜਾ ਹੈ ਨਾ, ਇੱਕ ਰਸ ਆਏਗਾ। ਅਨਾਹਦ ਬਾਣੀ ਜਿਹੜੀ ਸੱਚੀ ਹੈਗੀ, ਜਦ ਮਨੁੱਖ ਸੁਰਤ ਲਾ ਕੇ ਇਕਾਗਰ ਹੋ ਕੇ ਸੁਣਦਾ ਹੈ, ਲਿਵ ਲਾ ਲੈਂਦਾ ਉਹਦੇ ਵਿੱਚ, ਉਹਦੀ ਲਿਵ ਲੱਗ ਜਾਂਦੀ ਸੁਣਦੇ ਸੁਣਦੇ। ਜਿਸ ਤਰ੍ਹਾਂ ਹੀ ਉਹਦੇ ਲਿਵ ਲੱਗ ਜਾਏਗੀ, ਰਸਨਾ ਵਿੱਚ ਇੱਕ ਲਿਕੁਇਡ ਆ ਜਾਏਗਾ। ਰਸਨਾ ਰਸ ਸਮਾਣੀ, ਰਸ ਵਿੱਚ ਸਮਾ ਜਾਏਗੀ ਬਿਨਾਂ ਕੁਝ ਬੋਲੇ। ਕੁਝ ਬੋਲਣਾ ਨਹੀਂ ਹੈ ਰਸਨਾ, ਸਿਰਫ ਸੁਣਨ ਨਾਲ। ਇਹ ਸੁਣਨ ਦੀ ਕਿਰਿਆ ਗੁਰੂ ਮਹਾਰਾਜ ਦੱਸ ਰਹੇ ਨੇ, ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈਗਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਫਾਲੋ ਕੀਤਾ ਕਿ ਵੀ ਸੁਣਨ ਨਾਲ ਕੀ ਕੀ ਹੋ ਰਿਹਾ। ਫਿਰ ਉਹ ਦੱਸ ਰਹੇ ਨੇ ਕਿ ਕੰਨ ਕਿਉਂ ਭੇਜੇ ਗਏ ਨੇ ਮੇਰੇ ਜਿਸਮ ਦੇ ਨਾਲ, ਪਠਾਏ ਸੱਚ ਨੂੰ ਸੁਣਨ ਵਾਸਤੇ। ਔਰ ਜਦ ਸੱਤ ਨੂੰ ਸੁਣੇਗਾ ਤਾਂ ਹੋਏਗਾ ਕਿ ਮਨ ਤਨ ਹਰਿਆ ਹੋ ਜਾਏਗਾ, ਖਿੜ ਜਾਏਗਾ। ਉਹ ਰਸਨਾ ਰਸ ਸਮਾਣੀ, ਰਸਨਾ ਵਿੱਚ ਰਸ ਆ ਜਾਏਗਾ ਬਿਨਾ ਹਰੀ ਦਾ ਨਾਮ ਬੋਲੇ। ਸੁਣਨ ਦੀ ਕਿਰਿਆ ਇਤਨੀ ਪਾਵਰਫੁਲ, ਰਸ ਆਪਣੇ ਆਪ ਆਏਗਾ। ਸੱਚ ਅਲਖ ਵਿਡਾਣੀ, ਸੱਚ ਜਿਹੜਾ ਉਹ ਲਿਖਿਆ ਨਹੀਂ ਜਾ ਸਕਦਾ, ਅਲਖ ਹੈਗਾ ਸੱਚ। ਇਹੀ ਉਹਦੀ ਵਿਡਾਣਤਾ ਹੈਗੀ, ਇਹੀ ਆਸ਼ਚਰਚਕਿਤ ਹੈਗਾ। ਵਿਡਾਣੀ, ਲਿਖਿਆ ਨਹੀਂ ਜਾ ਸਕਦਾ ਸੱਚ ਦੇ ਬਾਰੇ, ਅਲਖ ਵਿਡਾਣੀ। ਲੇਕਿਨ ਆਸ਼ਚਰ ਹੈ, ਕਿਸ ਤਰ੍ਹਾਂ ਦਾ ਆਸ਼ਚਰ ਹੋ ਰਿਹਾ? ਸੁਣ ਬੰਦਾ ਕੰਨ ਤੋਂ ਰਿਹਾ, ਉਹ ਰਸਨਾ ਵਿੱਚ ਰਸ ਸਮਾ ਰਿਹਾ, ਉਹ ਮਨ ਤਨ ਜਿਹੜਾ ਉਹ ਹਰਿਆ ਹੋ ਰਿਹਾ, ਫਰੈਸ਼ ਹੋ ਰਿਹਾ, ਆਨੰਦਿਤ ਹੋ ਰਿਹਾ, ਮਜ਼ਾ ਮਾਰ ਰਿਹਾ, ਉਸਨੂੰ ਮਜ਼ਾ ਆ ਰਿਹਾ। ਮਨ ਔਰ ਤਨ ਨੂੰ ਇੱਕ ਇੱਕ ਪਾਰਟਸ ਜਿਹੜਾ, ਇੱਕ ਇੱਕ ਸੈੱਲ ਜਿਹੜਾ, ਉਹ ਆਨੰਦ ਵਿੱਚ ਆ ਚੁੱਕਾ ਹੈ ਸੁਣਨ ਨਾਲ। ਕੀ ਸੁਣਨਾ? ਅਨਾਹਤ ਸ਼ਬਦ। ਤਾਂ ਕਿ ਗਤ ਕਹੀ ਨਾ ਜਾਏ। ਹੁਣ ਉਹ ਸੁਣਨ ਦੀ ਜਿਹੜੀ ਗਤ ਹੈਗੀ ਉਹ ਕਹੀ ਨਹੀਂ ਜਾ ਸਕਦੀ। ਉਹ ਆਨੰਦ ਪ੍ਰਾਪਤ ਕੀਤਾ ਜਾ ਸਕਦਾ, ਕਿਤਨਾ ਆਨੰਦ ਆ ਰਿਹਾ ਉਹਦਾ ਕੋਈ ਮੈਜ਼ਰਮੈਂਟ ਨਹੀਂ ਹੈ, ਔਰ ਸ਼ਬਦਾਂ ਵਿੱਚ ਉਸ ਨੂੰ ਬੋਲਿਆ ਵੀ ਨਹੀਂ ਜਾ ਸਕਦਾ। ਇਹ ਗੁਰੂ ਸਾਹਿਬ ਦੱਸ ਰਹੇ ਨੇ, ਅਲੱਖ ਹੈਗੀ। ਇਹ ਆਸ਼ਚर्य ਹੈਗਾ, ਸੁਣਨ ਨਾਲ ਇਹ ਫਰਕ ਪੈ ਜਾਏਗਾ। ਰਸਨਾ ਵਿੱਚ ਰਸ ਆ ਜਾਏਗਾ, ਮਨ ਔਰ ਤਨ ਹਰਿਆਵਲਾ ਹੋ ਜਾਏਗਾ, ਖੁਸ਼ ਹੋ ਜਾਏਗਾ, ਆਨੰदित ਹੋ ਜਾਏਗਾ, ਮਜ਼ਾ ਆ ਜਾਏਗਾ। ਸੱਚ ਜਿਹੜਾ ਹੈ ਉਹਦੇ ਵਿੱਚ ਮਨੁੱਖ ਸੁਣਨ ਤੋਂ ਹੋਣਾ ਹੈ। ਸਭ ਘਟਨਾਵਾਂ ਜਿਤਨੀ ਵੀ ਹੋਣੀ ਨੇ ਇਹ ਸੁਣਨ ਕਰਕੇ ਹੋਣੀਆਂ ਨੇ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ। ਜਿਹੜਾ ਆਪਾਂ ਅਨਾਹਦ ਨਾਦ ਸੁਣ ਰਹੇ ਹਾਂ ਉਹ ਕੰਟੀਨਿਊਅਸ ਇੱਕ ਸ਼ਬਦ ਹੈਗਾ।
ਉਹ ਤ੍ਰਿਕਾਲ ਸੱਤ ਹੈਗਾ, ਉਹ ਹਰ ਜਗ੍ਹਾ ਹੈਗਾ। ਉਹ ਜ਼ਮੀਨ ਦੇ ਉੱਤੇ ਹੈ, ਆਕਾਸ਼ ਦੇ ਉੱਤੇ ਹੈ, ਪਾਤਾਲ ਦੇ ਹੇਠਾਂ, ਹਰ ਜਗ੍ਹਾ ਅਨਾਹਤ ਸ਼ਬਦ ਵਜ ਰਿਹਾ। ਅਨਹਤ ਸ਼ਬਦ ਵਜੰਤ ਭੇਰੀ, ਵਜਦਾ ਪਿਆ, ਹਰ ਜਗ੍ਹਾ ਵਜ ਰਿਹਾ। ਇਹ ਸੁਣਨ ਨਾਲ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਪਵਿੱਤਰ ਹੋ ਜਾਓ। ਸਾਚੇ ਸੁਣਨੇ ਨੂੰ ਪਠਾਏ। ਇਹ ਕੰਨ ਕਿਸ ਵਾਸਤੇ ਭੇਜੇ ਗਏ ਨੇ? ਪਰਮਾਤਮਾ ਨੇ ਲਾ ਕੇ ਸਰੀਰ ਦੇ ਕੇ ਸੱਚ ਨੂੰ ਸੁਣ। ਉਹ ਸੱਚ ਹੀ ਪਰਮਾਤਮਾ ਹੈ। ਇਸ ਗੱਲ ਨੂੰ ਯਾਦ ਰੱਖੋ ਕਿ ਪਰਮਾਤਮਾ ਸਰੀਰ ਵਿੱਚ ਕਿੱਥੋਂ ਐਂਟਰ ਹੋਏਗਾ? ਪਰਮਾਤਮਾ ਸਰੀਰ ਵਿੱਚ ਕੰਨ ਤੋਂ ਐਂਟਰ ਹੋਏਗਾ, ਕਿਉਂਕਿ ਪਰਮਾਤਮਾ ਨੇ ਇੱਕ ਪਾਰਟ, ਇੱਕ ਆਰਗਨ ਐਸਾ ਲਗਾ ਦਿੱਤਾ ਸਰੀਰ ਵਿੱਚ ਕਿ ਮਨੁੱਖ ਉਸ ਨੂੰ ਸਮਝ ਸਕੇ, ਕਿਉਂਕਿ ਉਹ ਸ਼ਬਦ ਰੂਪ ਹੈਗਾ। ਸ਼ਬਦ ਜਿਹੜਾ ਆਪਾਂ ਕੰਨ ਤੋਂ ਸੁਣਦੇ, ਇਟ ਇਜ਼ ਕੁਆਇਟ ਨੈਚੁਰਲ। ਉਹ ਕੰਨ ਇਸੇ ਕਰਕੇ ਪਰਮਾਤਮਾ ਨੇ ਲਾਏ ਨੇ, ਸਾਚੇ ਸੁਣਨੇ ਨੂੰ ਪਠਾਏ, ਕਿ ਤੂੰ ਸੱਚ ਸੁਣ ਸਕੇ, ਕਿਉਂਕਿ ਪਰਮਾਤਮਾ ਸੱਚਾ ਹੈ। ਇਹ ਸੁਣਨ ਨਾਲ ਆਣਾ ਹੈ, ਵੇਖਣ ਨਾਲ ਕੁਝ ਨਹੀਂ ਹੋਣਾ। ਵੇਖਣ ਦੀ ਕਿਰਿਆ, ਜਦ ਵੀ ਕੋਈ ਵੀ ਮੈਡੀਟੇਸ਼ਨ ਕਰਦਾ ਉਹਦੀ ਅੱਖ ਬੰਦ ਹੋ ਜਾਂਦੀਆਂ ਨੇ, ਆਟੋਮੈਟਿਕਲੀ ਸਿਸਟਮ ਹੈ। ਉਹ ਕੰਨਾਂ ਵਿੱਚ ਕੋਈ ਸ਼ਟਰ ਨਹੀਂ ਲੱਗਿਆ। ਜਿਸ ਤਰ੍ਹਾਂ ਅੱਖ ਖੋਲਣੀ ਹੋਏ ਨਾ, ਮੈਂ ਕੁਝ ਵੇਖਣਾ ਹੋਏ ਤਾਂ ਮੈਂ ਅੱਖਾਂ ਖੋਲਾਂਗਾ। ਜੇ ਮੈਨੂੰ ਘੱਟ ਦਿਖ ਰਿਹਾ ਜਾਂ ਹਨੇਰਾ ਹੈ ਤਾਂ ਮੈਂ ਅੱਖਾਂ ਹੋਰ ਥੋੜ੍ਹੀ ਜਿਹੀ ਪਾੜਾਂਗਾ। ਜੇ ਲਾਈਟ ਜ਼ਿਆਦਾ ਹੈ, ਅੱਖਾਂ ਸਿकुड़ ਜਾਣਗੀਆਂ। ਅੱਖਾਂ ਦਾ ਵੇਖਣਾ ਇੱਕ ਐਕਟੀਵਿਟੀ ਹੈ, ਇੱਕ ਐਕਟ ਹੈਗਾ। ਲੇਕਿਨ ਕੰਨਾਂ ਦਾ ਸੁਣਨਾ ਜਿਹੜਾ ਪੈਸਿਵ, ਇੱਥੇ ਕੋਈ ਸ਼ਟਰ ਨਹੀਂ ਲੱਗਿਆ ਕਿ ਜਦ ਵੇਖਣਾ ਹੈ ਆਪਾਂ ਪਲਕਾਂ ਉੱਪਰ ਕਰਾਂਗੇ, ਅੱਖਾਂ ਨੂੰ ਥੋੜ੍ਹਾ ਪਾੜਾਂਗੇ, ਚੌੜਾ ਕਰਾਂਗੇ, ਫਿਰ ਵੇਖਾਂਗੇ। ਲੋੜ ਹੋਏਗੀ ਤਾਂ ਇੱਥੇ ਉੱਥੇ ਘੁਮਾਵਾਂਗੇ ਕਿ ਕੀ ਚੀਜ਼ ਕਿੱਥੇ ਪਈ ਹੈ। ਇਹ ਡਾਇਰੈਕਸ਼ਨ ਘੁਮਾਉਣ ਨਾਲ ਆਪਾਂ ਵੇਖ ਸਕਦੇ ਹਾਂ, ਲੇਕਿਨ ਕੰਨ ਫਿਕਸ ਹੈਗੇ ਨੇ, ਕੋਈ ਸ਼ਟਰ ਨਹੀਂ ਹੈ। ਆਪਣੀ ਮਰਜ਼ੀ ਨਾਲ ਨਾ ਆਪਾਂ ਉਹਨਾਂ ਨੂੰ ਬੰਦ ਕਰ ਸਕਦੇ, ਕੰਨ ਨੂੰ ਨਾ ਖੋਲ ਸਕਦੇ। ਉਹ ਸਦਾ ਖੁੱਲੇ 24 ਘੰਟੇ, 24 ਆਵਰ। ਉਹ ਪਰਮਾਤਮਾ ਨੇ ਆਰਗਨ ਹੀ ਐਸਾ ਬਣਾਇਆ। ਆਪਾਂ ਨੂੰ ਉਸ ਆਰਗਨ ਨੂੰ ਸਮਝਣਾ। ਪਹਿਲੀ ਗੱਲ ਤੇ ਇਹ ਸਮਝਣੀ ਕਿ ਬਈ ਸੱਚ ਜਿਹੜਾ ਹੈਗਾ ਉਹ ਕੰਨਾਂ ਰਾਹੀਂ ਜਾਏਗਾ। ਗੁਰਬਾਣੀ ਆਪਾਂ ਜਿੰਨੀ ਵੀ ਸੁਣਦੇ ਹਾਂ, ਰਾਗੀ ਸਿੰਘ ਬੋਲਦੇ ਹਾਂ, ਆਪਾਂ ਸੁਣਦੇ ਹਾਂ। ਰਾਗੀ ਸਿੰਘ 3 ਜਾਂ 5 ਰਹਿੰਦੇ ਨੇ, ਲੇਕਿਨ ਸੁਣਨ ਵਾਲੇ ਹਜ਼ਾਰਾਂ ਲੱਖਾਂ ਹੋ ਸਕਦੇ ਨੇ। ਤੇ ਸੁਣਨ ਦੀ ਕਿਰਿਆ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਮਹਾਰਾਜ ਨੇ ਕਿ ਭਾਈ ਸੱਚ ਜਿਹੜਾ ਹੈ ਉਹ ਕੰਨਾਂ ਦੇ ਰਾਹੀਂ ਅੱਛਾ ਜਾਏਗਾ, ਔਰ ਸੱਚ ਹੀ ਪਰਮਾਤਮਾ ਹੈਗਾ। ਸੱਚ ਤੇ ਪਵਣਾ ਭਇਆ, ਸੱਚ ਤੇ ਹੀ ਸਭ ਕੁਝ ਬਣਿਆ। ਪਵਨ ਬਣਿਆ, ਪਾਣੀ ਬਣਿਆ, ਤ੍ਰਿਭਣ ਬਣਿਆ, ਸਭ ਜੋਤ, ਇੱਕ ਇੱਕ ਜੋਤ ਸਮਾਈ ਹੋਈ ਹੈ ਪਰਮਾਤਮਾ ਦੀ ਚੀਜ਼ਾਂ ਵਿੱਚ। ਪਵਨ ਵਿੱਚ ਵੀ ਪਰਮਾਤਮਾ ਵਸਿਆ। ਪਵਨ ਗੁਰੂ, ਪਵਨ ਵੀ ਗੁਰੂ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਸ਼ਬਦ ਵੀ ਗੁਰੂ ਹੈਗਾ। ਅਨੁਭਵ ਵੀ ਗੁਰੂ ਹੈ। ਜੇ ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਆਦਿ ਤੋਂ ਅੰਤ ਤੱਕ ਜਿਹੜਾ ਅਵਤਰਿਤ ਹੈ ਉਹ ਵੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜੀ ਵੀ ਗੁਰੂ ਹੈਗੇ। 10 ਗੁਰੂ ਵੀ ਗੁਰੂ ਹੈਗੇ ਨੇ। ਉਹਨਾਂ ਦੇ ਵਿੱਚ ਜਿਹੜਾ ਭਗਤਾਂ ਦੀ ਬਾਣੀ ਹੈ ਉਹ ਬਾਣੀ ਵੀ ਸਾਡੇ ਵਾਸਤੇ ਗੁਰੂ ਹੈਗੀ। ਇਸ ਤੋਂ ਇਲਾਵਾ ਯੂਨੀਵਰਸ ਜਿਹੜਾ ਉਹ ਵੀ ਗੁਰੂ ਹੈ। ਅਜੇ ਵੀ ਕੋਈ ਜਾਗਤੇ ਵੀ ਮਨੁੱਖ ਜਿਹੜੇ ਖਤਮ ਨਹੀਂ ਹੋ ਗਏ। ਹਰ ਸਮੇਂ ਇੱਕ ਨਾ ਇੱਕ ਬੁੱਧ ਪੁਰਸ਼, ਹਮੇਸ਼ਾ ਜਾਗਰਤ ਅਵਸਥਾ ਦਾ ਜਿਹੜਾ ਪੁਰਸ਼ ਹੈ ਉਹ ਦੁਨੀਆ ਵਿੱਚ ਰਹਿੰਦਾ ਹੈ। ਉਹ ਜਾਗਰਤ ਰਹਿੰਦਾ ਹਮੇਸ਼ਾ। ਉਹ ਪਰਮਾਤਮਾ ਦੀ ਖੇਡ ਹੈਗੀ, ਉਹ ਬਣੀ ਬਣਾਈ ਖੇਡ ਹੈਗੀ। ਉਸ ਨੂੰ ਕੋਈ ਰੋਕ ਨਹੀਂ ਸਕਦਾ। ਇਸ ਕਰਕੇ ਆਪਾਂ ਨੂੰ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਕੰਨਾਂ ਨੂੰ ਕਿਸ ਵਾਸਤੇ ਲਾਇਆ। ਕੰਨ ਜਿਹੜੇ ਨੇ ਉਹ ਪਰਮਾਤਮਾ ਨੂੰ ਸੁਣਨ ਵਾਸਤੇ ਹੈ। ਪਰਮਾਤਮਾ ਸੁਣਨ ਨਾਲ ਅੰਦਰ ਜਾਏਗਾ, ਮਨ ਤਨ ਹਰਿਆ ਹੋਏਗਾ, ਔਰ ਰਸਨਾ ਵਿੱਚ ਜਿਹੜਾ ਰਸ ਆ ਜਾਏਗਾ ਸੁਣਨ ਨਾਲ। ਆਪਾਂ ਸੁਣ ਸੱਚੀ ਬਾਣੀ ਰਹੇ ਹਾਂ, ਉਹ ਸਾਰੇ ਰਸ ਜਿਹੜੇ ਪੂਰੀ ਰਸ ਭਿੰਨੇ ਹੋ ਗਏ। ਰਸਨਾ ਵਿੱਚ ਰਸ ਆ ਗਿਆ, ਤਨ ਵਿੱਚ ਰਸ ਆ ਗਿਆ, ਮਨ ਵਿੱਚ ਰਸ ਆ ਗਿਆ। ਮਨ ਵਿੱਚ ਰਸ ਆ ਜਾਏ ਤਾਂ ਰਸ ਸਾਰੀ ਜਗ੍ਹਾ ਆਟੋਮੈਟਿਕਲੀ ਫੈਲ ਜਾਂਦਾ।
ਮਨ ਵਿੱਚ ਗੁੱਸਾ ਆ ਜਾਏ ਤੇ ਸਰੀਰ ਵਿੱਚ ਜਿਹੜਾ ਹੈ ਨਾ ਉਸੇ ਤਰ੍ਹਾਂ ਐਕਟ ਕਰਦਾ। ਮਨ ਯਦੀ ਦੁਖੀ ਹੋ ਜਾਏ ਤੇ ਸਰੀਰ ਵਿੱਚ ਕਈ ਕਿਸਮ ਦੀ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਸ ਕਰਕੇ ਗੁਰੂ ਸਾਹਿਬ ਨੇ ਕੰਨ ਨੂੰ ਬੜੀ ਇੰਪੋਰਟੈਂਸ ਦਿੱਤੀ ਔਰ ਲਿਖਿਆ ਉਚੇਚਾ ਇੱਕ ਪੌੜੀ ਲਿਖ ਦਿੱਤੀ ਹੈ। ਉੱਥੇ 4 ਪੌੜੀਆਂ ਲਿਖੀਆਂ ਹੋਈਆਂ ਨੇ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਨੇ। ਫਿਰ ਗੁਰੂ ਅਮਰਦਾਸ ਜੀ ਨੇ ਜਿਹੜਾ ਗੁਰੂ ਅੰਗਦ ਦੇਵ ਜੀ ਤੋਂ ਫਾਰਮੂਲਾ ਲਿਆ ਹੈ। ਗੁਰੂ ਅੰਗਦ ਦੇਵ ਜੀ ਨੇ ਫਾਰਮੂਲਾ ਜਿਹੜਾ ਹੈ ਤੀਜੇ ਪਾਤਸ਼ਾਹ ਨੂੰ ਦਿੱਤਾ ਗੁਰੂ ਅਮਰਦਾਸ ਜੀ ਨੂੰ। ਫਿਰ ਗੁਰੂ ਅਮਰਦਾਸ ਜੀ ਨੇ ਉਹਦੇ ਉੱਤੇ ਪ੍ਰੈਕਟੀਕਲ ਕਰਕੇ ਵੇਖਿਆ ਬਈ ਸੁਣਨ ਨਾਲ ਕੀ ਹੋ ਰਿਹਾ। ਫਿਰ ਉਹ ਦੱਸ ਰਹੇ ਨੇ ਕਿ ਭਾਈ ਮੇਰੇ ਸਰੀਰ ਦੇ ਅੰਦਰ ਕਈ ਚੀਜ਼ਾਂ ਆਰਗਨ ਹੈ, ਲੇਕਿਨ ਇੰਪੋਰਟੈਂਟ ਜਿਹੜਾ ਦੱਸਿਆ ਹੈ ਉਹ ਅੱਖਾਂ ਹਨ। ਅੱਖਾਂ ਦਾ ਦੱਸਿਆ ਕਿ ਉਹ ਤੋਂ ਵਨ ਸਾਈਡਡ ਦੇਖਦੀਆਂ ਨੇ, ਲੇਕਿਨ ਕੰਨ ਜਿਹੜੇ ਨੇ ਸੱਚ ਉਹਦੇ ਥਰੂ ਜਿਹੜਾ ਅੰਦਰ ਜਾਇਆ, ਕਿਉਂਕਿ ਪਰਮਾਤਮਾ ਸ਼ਬਦ ਰੂਪ ਹੈ ਔਰ ਸ਼ਬਦ ਸੁਣਨ ਦੀ ਇੰਦਰੀ ਜਿਹੜੀ ਹੈ ਉਹ ਸ਼ਰਵਣ ਹੈ ਔਰ ਉਹ ਕੰਨ ਹੈਗੀ। ਗੁਰੂ ਮਹਾਰਾਜ ਨੇ ਇਸੇ ਕਰਕੇ ਕੈਟੇਗੋਰੀਕਲੀ ਜਿਹੜਾ ਹੈ ਸ਼ਰਵਣਾ ਦੇ ਉੱਤੇ ਬਹੁਤ ਇੰਪੋਰਟੈਂਸ ਦਿੱਤੀ ਹੈ ਔਰ ਸੁਣਨ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਬੜੀ ਇੰਪੋਰਟੈਂਸ ਦਿੱਤੀ, ਕਿਉਂਕਿ ਪਹਿਲਾ ਜਿਹੜਾ ਅੰਕ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦੇ ਵਿੱਚ ਹੀ ਜਿਹੜੀ ਹੈਗੀ ਇਹ 7ਵੀਂ 8ਵੀਂ ਪੌੜੀ 8ਵੀਂ ਪੌੜੀ ਜਿਹੜੀ ਹੈ ਉਹ 8 ਤੋਂ ਲੈ ਕੇ 12 4 ਪੌੜੀਆਂ ਜਿਹੜੀਆਂ ਗੁਰੂ ਮਹਾਰਾਜ ਨੇ ਸੁਣਨ ਦੇ ਉੱਤੇ ਦੱਸੀਆਂ ਨੇ ਸਿੱਖਾਂ ਨੂੰ। ਔਰ ਇਹ ਦੱਸੀ ਹੋਈ ਚੀਜ਼ ਗੁਰੂ ਅਮਰਦਾਸ ਜੀ ਨੇ ਪ੍ਰੈਕਟੀਕਲ ਕਰਕੇ ਫਿਰ ਆਨੰਦ ਸਾਹਿਬ ਦੀ ਬਾਣੀ ਵਿੱਚ ਬਹੁਤ ਮਹਾਨ ਗੱਲਾਂ ਦੱਸੀਆਂ ਵੀ ਸੁਣੇਗਾ ਕਿੱਥੋਂ, ਇਹ ਵੀ ਤੇ ਸਮਝ ਸਰੀਰ ਤੇ ਆ ਗਿਆ। ਉਹਦੇ ਵਿੱਚ ਅੱਖਾਂ ਵੀ ਇੰਪੋਰਟੈਂਟ, ਲੇਕਿਨ ਕੰਨ ਜਿਹੜੇ ਨੇ ਸੱਚ ਉਹਦੇ ਥਰੂ ਜਾਏਗਾ। ਉਹ ਕੰਨਾਂ ਵਿੱਚ ਕੋਈ ਸ਼ਟਰ ਨਹੀਂ ਲੱਗਿਆ ਹੋਇਆ। ਕੰਨ 24 ਘੰਟੇ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ, ਕੰਮ ਕਰਦੇ ਰਹਿੰਦੇ ਨੇ। ਜਦ ਬੰਦਾ ਸੋ ਗਿਆ ਤਾਂ ਵੱਖਰੀ ਗੱਲ, ਲੇਕਿਨ ਜਿਹੜਾ ਜਾਗਰਤ ਬੰਦਾ ਰਹਿੰਦਾ ਉਹ 24 ਘੰਟੇ ਜਾਗਦਾ। ਸਰੀਰ ਉਹਦਾ ਸੌਂਦਾ ਹੈ ਲੇਕਿਨ ਉਹ ਅੰਦਰੋਂ ਜਾਗਦਾ ਰਹਿੰਦਾ। ਹੁਣ ਆਪਾਂ ਜਰਾ ਕੰਨ ਦੇ ਉੱਤੇ ਕੰਨ ਕੀ ਕਰ ਸਕਦੇ ਔਰ ਅੱਖਾਂ ਕੀ ਅੱਖਾਂ ਜਿਹੜੀਆਂ ਸਿਰਫ ਸਾਹਮਣੇ ਦਾ ਪੋਰਸ਼ਨ ਦੇਖ ਸਕਦੀਆਂ ਨੇ। ਜਿਸ ਤਰ੍ਹਾਂ ਮੇਰੇ ਸਾਹਮਣੇ ਦੀਵਾਰ ਹੈਗੀ, ਮੈਂ ਦੀਵਾਰ ਦੇ ਉਸ ਪਾਰ ਨਹੀਂ ਦੇਖ ਸਕਦਾ। ਮੇਰੇ ਸਾਹਮਣੇ ਕੋਈ ਬੰਦਾ ਆਏਗਾ, ਮੈਂ ਬੰਦੇ ਦਾ ਅਗਲਾ ਸਾਹਮਣੇ ਦਾ ਪੋਰਸ਼ਨ ਦੇਖ ਸਕਦਾ, ਉਹਦੀ ਪਿੱਠ ਨਹੀਂ ਵੇਖ ਸਕਦਾ। ਮਤਲਬ ਦੇਖਣ ਦੀ ਜਿਹੜੀ ਕਿਰਿਆ ਉਹ ਅਧੂਰੀ ਹੈਗੀ। ਰਾਤ ਵਿੱਚ ਕੋਈ ਚੀਜ਼ ਨਹੀਂ ਦਿਖਾਈ ਦਿੰਦੀ ਹੈ। ਰਾਤ ਵਿੱਚ ਕੋਈ ਬੰਦਾ ਕੁਝ ਨਹੀਂ ਵੇਖ ਸਕਦਾ। ਜਦ ਤੱਕ ਲਾਈਟ ਨਹੀਂ ਜਲਾਏਗਾ ਤਦ ਤੱਕ ਵੇਖਣ ਦੀ ਕਿਰਿਆ ਹੋਣੀ ਨਹੀਂ ਹੈ। ਔਰ ਵੇਖਣ ਵਾਸਤੇ ਜਿਸ ਤਰ੍ਹਾਂ ਹੀ ਮੈਂ ਆਪਣੀ ਅੱਖਾਂ ਖੋਲਾਂਗਾ ਤੇ ਮੇਰਾ ਹੀ ਜਿਹੜਾ ਪ੍ਰਕਾਸ਼ ਜੋਤ ਹੈ ਉਸ ਆਬਜੈਕਟ ਤੱਕ ਜਾਏਗੀ। ਜੇ ਮੈਂ ਕਿਸੇ ਨੂੰ ਜ਼ਿਆਦਾ ਦੇਖ ਲਵਾਂਗਾ ਉਹ ਬੋਲੇਗਾ ਕਿ ਇਹ ਤੇ ਮੈਨੂੰ ਘੂਰਦਾ ਪਿਆ। ਜੇ ਕੋਈ ਲੇਡੀਜ਼ ਹੋਏਗੀ ਤਾਂ ਕੰਪਲੇਂਟ ਹੀ ਕਰ ਦੇਗੀ ਆਪਣੀ ਮਾਂ ਨੂੰ, ਇਹ ਬੰਦਾ ਮੈਨੂੰ ਘੂਰਦਾ ਪਿਆ। ਲੇਕਿਨ ਉਸੇ ਦੀ ਯਦੀ ਮੈਂ ਗੱਲ ਸੁਣਾਂਗਾ ਉਹ ਬੋਲੇਗੀ ਬੱਲੇ ਬੱਲੇ, ਇਹ ਮੇਰੀ ਗੱਲ ਸੁਣਦਾ ਪਿਆ। ਤੋ ਸੁਣਨ ਦੀ ਕਿਰਿਆ ਔਰ ਵੇਖਣ ਦੀ ਕਿਰਿਆ ਨੂੰ ਬਹੁਤ ਜ਼ਰੂਰੀ ਸਮਝਣਾ ਹੈ। ਵੇਖਣ ਦੀ ਕਿਰਿਆ ਜਿਹੜੀ ਉਹ ਐਗਰੈਸਿਵ ਹੈ, ਉਹ ਆਕਰਾਮਕ ਹੈ, ਉਹ ਮਾਰਕੁੱਟ ਕਰਾ ਸਕਦੀ ਹੈ। ਲੇਕਿਨ ਸੁਣਨਾ ਜਿਹੜੀ ਹੈ, ਮੈਂ ਆਪਣੇ ਟੇਬਲ ਤੇ ਬੈਠੇ ਬੈਠੇ ਕਿਸੇ ਵੀ ਪਾਸੋਂ ਤੋਂ ਆਵਾਜ਼ ਆਏਗੀ 10 ਦਿਸ਼ਾਵਾਂ ਵਿੱਚੋਂ ਤਾਂ ਵੀ ਮੈਂ ਹਨੇਰੇ ਵਿੱਚ ਵੀ ਬੈਠਾ ਤਾਂ ਵੀ ਮੈਂ ਸੁਣ ਲਵਾਂਗਾ। ਜੇ ਮੇਰਾ ਪੁੱਤਰ ਉੱਤੋਂ ਬੋਲ ਰਿਹਾ ਹੈ ਪਾਪਾ ਪਾਪਾ, ਮੈਂ ਹੇਠਾਂ ਬੈਠਾ ਸੁਣਾਈ ਦੇਗਾ। ਜੇ ਮੈਂ ਉੱਤੇ ਬੈਠਾਂਗਾ ਉਹ ਹੇਠਾਂ ਬੈਠਾ ਰਹੇਗਾ ਤਾਂ ਵੀ ਮੈਨੂੰ ਸੁਣਾਈ ਦੇਗਾ। ਜੇ ਮੈਂ ਲੈਫਟ ਵਿੱਚ ਪੁੱਤਰ ਹੋਏਗਾ, ਰਾਈਟ ਵਿੱਚ ਹੋਏਗਾ, ਈਸਟ ਹੋਏਗਾ, ਵੈਸਟ ਹੋਏਗਾ, ਨਾਰਥ ਈਸਟ ਹੋਏਗਾ, ਸਾਊਥ ਵੈਸਟ ਹੋਏਗਾ, ਸਾਊਥ ਈਸਟ ਹੋਏਗਾ, 10 ਦਿਸ਼ਾਵਾਂ ਉੱਪਰ ਹੋਏਗਾ, ਸਭ ਜਗ੍ਹਾ ਤੋਂ ਮੈਂ ਸੁਣ ਸਕਦਾ। ਸੁਣਨ ਦੀ ਜਿਹੜੀ ਕਿਰਿਆ ਉਹ ਪਰਫੈਕਟ ਹੈਗੀ, 100% ਹੈਗੀ। ਉਹ ਪਰਮਾਤਮਾ ਚਾਰੋਂ ਪਾਸੇ ਹੈਗਾ ਔਰ ਉਹ ਸ਼ਬਦ ਰੂਪ ਹੈ। ਉਹ ਸ਼ਬਦ ਜਿਹੜਾ ਕੰਨ ਤੋਂ ਅੰਦਰ ਜਾਏਗਾ। ਇਸ ਕਰਕੇ ਮਹਾਰਾਜ ਨੇ ਕੰਨ ਦੇ ਉੱਤੇ ਪੂਰਾ ਇੱਕ ਸਟੈਂਜਾ ਬਣਾਇਆ। ਸਰੀਰ ਦੇ ਉੱਤੇ, ਅੱਖ ਦੇ ਉੱਤੇ, ਕੰਨ ਦੇ ਉੱਤੇ। ਫਿਰ ਜਦ ਕੰਨ ਸੁਣ ਲਏਗਾ ਤਾਂ ਮਨ ਤਨ ਹਰਿਆ ਹੋ ਜਾਏਗਾ। ਫਿਰ ਮਨ ਤੇ ਵੀ ਚਾਰੋਂ ਪਾਸੇ ਉਹ ਆਪਣਾ ਪ੍ਰਤਾਪ ਹੈ ਉਹਦਾ, ਮਨ ਦਾ। ਸਰੀਰ ਵਿੱਚ ਵੀ ਉਹਦਾ ਪ੍ਰਤਾਪ ਜਾਂਦਾ, ਇਨਫਲੂਐਂਸ ਰਹਿੰਦਾ। ਸੋ ਸੁਣਨ ਦੀ ਕਿਰਿਆ ਉੱਤੇ ਇਸੇ ਕਰਕੇ ਗੁਰੂ ਮਹਾਰਾਜ ਨੇ ਐਕਸਪੈਰੀਮੈਂਟ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਦੱਸਿਆ ਬਈ ਤੂੰ ਸੁਣਨ ਦੇ ਉੱਤੇ ਜ਼ੋਰ ਦੇ ਰਿਹਾ ਪੂਰਾ। ਸੁਣਨਾ ਕੀ ਹੈ? ਅਨਾਹਤ ਨਾਦ ਸੁਣਨਾ, ਅਨਾਹਤ ਸ਼ਬਦ ਸੁਣਨਾ ਹੈਗਾ।
ਕੰਟੀਨਿਊਸ ਲਗਾਉਣਾ ਹੈ, ਉਹਦੇ ਉੱਤੇ ਸੁਰਤ ਲਗਾਣੀ ਹੈ, ਧਿਆਨ ਨਾਭੀ ਤੇ ਲਾਣਾ ਹੈਗਾ। ਸੁਣਦੇ ਸੁਣਦੇ ਧਿਆਨ ਨਾਭੀ ਤੇ ਲਾਣਾ, ਕਿਉਂਕਿ ਇਹਦੇ ਵਿੱਚ ਕੋਈ ਐਗਰੈਸ਼ਨ ਨਹੀਂ ਹੈ। ਜੇ ਆਪਾਂ ਅੱਖਾਂ ਨਾਲ ਕੋਈ ਵੀ ਤਰਾਟਕ ਧਿਆਨ ਕਰਦੇ ਹਾਂ, ਉਹ ਐਗਰੈਸਿਵ ਹੈ, ਐਗਰੈਸ਼ਨ ਹੋਏਗਾ ਉਹਦੇ ਵਿੱਚ। ਅੱਖਾਂ ਖੋਲ ਕੇ ਘੰਟਾ ਔਰ ਪਾੜ ਕੇ ਬੈਠੇ ਰਹੋ, ਆਨੇ ਵੀ ਖਰਾਬ ਹੋ ਸਕਦੇ ਨੇ। ਲੇਕਿਨ ਸੁਣਨ ਵਿੱਚ ਕੋਈ ਘਬਰਾਹਟ ਨਹੀਂ ਹੈ, ਉਹ ਸਹਿਜ ਹੈ। ਸੁਣੀਏ ਲਾਗੇ ਸਹਿਜ ਧਿਆਨ। ਸੁਣਨ ਨਾਲ ਸਹਿਜ ਧਿਆਨ ਵਿੱਚ ਬੰਦਾ ਪ੍ਰਵੇਸ਼ ਹੋ ਜਾਂਦਾ। ਕੋਈ ਹੱਥ ਪੈਰ ਮਾਰਨ ਦੀ ਲੋੜ ਨਹੀਂ, ਉਹਦੇ 'ਚ ਮੈਂ ਵੀ ਨਹੀਂ ਰਹਿੰਦੀ। ਕਿਉਂ? ਸੁਣਨ ਦੀ ਕਿਰਿਆ ਦਾ ਅਸਲੀ ਕਨੈਕਸ਼ਨ ਧੁਨੀ ਨਾਲ ਹੈਗਾ। ਧੁਨੀ ਦਾ ਮਤਲਬ ਹੀ ਧੁਨ ਹੈਗੀ, ਧੁਨ ਮਿਊਜ਼ਿਕ। ਤੇ ਧੁਨੀ ਤੱਕ ਜਿਹੜੀ ਹੈ ਧੁਨਨ ਦੀ ਕਿਰਿਆ ਜਾਏਗੀ, ਔਰ ਧੁਨੀ ਤੱਕ ਜਾਣ ਨਾਲ ਹੀ ਜਿਹੜਾ ਹੈ ਸਾਰੇ ਸਰੀਰ ਦੀ ਜਿਹੜੀ 72 ਨਾੜੀਆਂ ਹੈਗੀਆਂ ਨੇ, ਉਹ ਨਾਭੀ ਦੇ ਨੇੜੇ ਹੈਗੀ। 72,000 ਨਾੜੀ ਜਿਤਨੀ ਵੀ ਹੈਗੀ, ਉਹ ਧੁਨੀ ਦੇ ਲਾਗਿਓਂ ਜਾ ਰਹੀ ਹੈ। ਤੇ ਸੁਣਨ ਨਾਲ ਵਾਈਬ੍ਰੇਸ਼ਨ ਹੋਏਗਾ, ਔਰ ਵਾਈਬ੍ਰੇਸ਼ਨ ਨਾਲ ਸਭ ਨਾੜੀ ਜਿਹੜੀ ਹੈ ਉੱਥੇ ਜਿਹੜਾ ਝੁੰਡ ਹੈ ਨਾੜੀਆਂ ਦਾ, ਉਹ ਇਸ ਤਰ੍ਹਾਂ ਵਾਈਬ੍ਰੇਟ। ਕਿਉਂ? ਕੁਦਰਤ ਨੇ ਬਣਾਈ ਹੈ ਉਸ ਤਰ੍ਹਾਂ ਦਾ। ਆਪਾਂ ਸਾਹ ਲੈਂਦੇ ਅੰਦਰ ਜਾਂਦਾ, ਧੁਨੀ ਬਾਹਰ ਆਉਂਦੀ, ਅੰਦਰ ਜਾਂਦੀ ਬਾਹਰ। ਅਸੀਂ ਅਨਕੌਂਸ਼ੀਅਸ ਹੈ ਅਬਾਊਟ ਦਿਸ ਫਿਨੋਮੀਨਾ, ਲੇਕਿਨ ਉਹ परमात्मा ने इससे करके बनाया कि भाई यदि धुनी हिलती रहे, ताकि 72 ਨਾੜੀਆਂ ਹੌਲੀ 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 ਉਹਦੇ ਵਾਈਬ੍ਰੇਸ਼ਨ ਜਾਂਦੇ ਰਹਿਣ। ਲੇਕਿਨ ਜਦ ਆਪਾਂ ਅਕੋਰਡਿੰਗ ਟੂ ਗੁਰਬਾਣੀ ਵਾਈਬ੍ਰੇਟ ਕਰਾਂਗੇ ਸ਼ੁਰੂ ਵਿੱਚ, ਫਿਰ ਆਪੇ ਵਾਈਬ੍ਰੇਸ਼ਨ ਨੈਚੁਰਲ ਫ੍ਰੀਕੁਐਂਸੀ ਜਿਹੜੀ ਹੈ ਇਸ ਫ੍ਰੀਕੁਐਂਸੀ ਨਾਲ ਮੈਚ ਹੋ ਜਾਏਗੀ, ਔਰ ਸਾਡੇ ਜਿਹੜੀ ਸਪਿਰਿਚੁਅਲਿਟੀ ਅੰਦਰ ਹੈ, ਯੋਗ ਦੀ ਜਿਹੜੀ ਜੁਗਤ ਹੈ, ਉਹ ਸੁਣਨ ਨਾਲ ਸਟਾਰਟ ਹੋ ਜਾਂਦੀ। ਮਹਾਰਾਜ ਲਿਖ ਰਹੇ ਨੇ, ਸੁਣੀਏ ਜੋਗ ਜੁਗਤ ਤਨ ਭੇਦ। ਤਨ ਦੇ ਅੰਦਰ ਜੋਗ ਦੀ ਜੁਗਤੀ ਦਾ ਜਿਹੜਾ ਭੇਦ ਹੈਗਾ, ਉਹ ਸਟਾਰਟ ਹੋ ਜਾਏਗਾ ਸੁਣਨ ਨਾਲ, ਵੇਖਣ ਨਾਲ ਨਹੀਂ ਲਿਖਿਆ। ਇਸ ਕਰਕੇ ਸੁਣਨ ਦੇ ਉੱਤੇ ਧਿਆਨ ਦਿਓ ਔਰ ਸੁਣੋ, ਔਰ ਅਨਾਹਤ ਸ਼ਬਦ ਤੱਕ ਪਹੁੰਚੋ। ਅਨਾਹਤ ਸ਼ਬਦ ਜਿਸ ਨੂੰ ਸੁਣਾਈ ਦੇਣ ਲੱਗੇਗਾ, ਫਿਰ ਉਹ ਜਿਹੜਾ ਹੈ ਉਹਦੀ ਜਿਹੜੀ ਵਾਧਾ ਹੈਗਾ, ਉਹ 100 ਗੁਣਾ ਜਿਹੜਾ ਹੈ ਸਪੀਡ ਨਾਲ ਚੱਲੇਗਾ। ਲੇਕਿਨ ਇਹ ਜਿਹੜਾ ਇਹ ਪਰਮਾਤਮਾ ਦੀ ਗਿਫਟ ਰਹਿੰਦੀ ਹੈ, ਲੇਕਿਨ ਕੋਸ਼ਿਸ਼ ਕਰਨ ਨਾਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦੀਆਂ ਨੇ। ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਤੁਸੀਂ ਕੋਈ ਵੀ ਗੁਣ ਆਪਣੇ ਆਪ ਵਿੱਚ ਨਹੀਂ ਪੈਦਾ ਕਰੋਗੇ ਤੇ ਭਗਤੀ ਨਹੀਂ ਹੋ ਸਕਦੀ, ਭਲੇ ਪਾਸੇ ਗਤੀ ਨਹੀਂ ਹੋ ਸਕਦੀ ਮਨੁੱਖ ਦੇ ਸਰੀਰ ਦੀ। ਥੋੜੀ ਬਹੁਤ ਤੁਹਾਨੂੰ ਕਰਨੀ ਪਏਗੀ, ਬਾਕੀ ਪਰਮਾਤਮਾ ਜਿਹੜਾ ਹੈ ਉਹ ਖਿੱਚ ਲੈਂਦਾ ਹੈ ਮਨੁੱਖ ਨੂੰ। ਇੱਕ ਕਦਮ ਤੁਸੀਂ ਅੱਗੇ ਜਾਣਾ, ਉਹ ਕੋਟ ਕਦਮ ਜਿਹੜਾ ਨਾ ਅੱਗੇ ਲੈ ਕੇ ਜੱਫਾ ਪਾ ਲੈਂਦਾ। ਇਹ ਪਰਮਾਤਮਾ ਦੀ ਸਿਫਤ ਹੈ। ਮੇਰਾ ਕਨਕਲੂਜ਼ਨ ਇਹ ਹੈ ਕਿ ਸੁਣਨ ਦੇ ਉੱਤੇ ਜ਼ਿਆਦਾ ਜ਼ੋਰ ਦਿਓ। ਉਹ ਸੁਣਨ ਦੀ ਜਿਹੜੀ ਹੈ ਕਿਰਿਆ, ਉਹ ਦਸਾਂ ਦਿਸ਼ਾਵਾਂ ਤੋਂ ਹਨੇਰੇ ਵਿੱਚ ਵੀ, ਔਰ ਕਿਸੇ ਨੂੰ ਯਦੀ ਕੋਈ ਆਪਾਂ ਸੁਣ ਰਹੇ ਹਾਂ, ਆਪਾਂ ਕਿਸੇ ਦੀ ਗੱਲ ਸੁਣ ਰਹੇ ਹਾਂ, ਤਾਂ ਉਹਦੇ ਅੰਦਰ ਦਾ ਜਿਹੜਾ ਦੁੱਖ ਬਾਹਰ ਆ ਜਾਂਦਾ। ਉਹ ਸਾਰਾ ਦੁਖੀ ਮਨ ਜਿਹੜਾ ਉਹ ਸੁਖੀ ਹੋ ਕੇ ਚਲੇ ਜਾਂਦਾ। ਤੁਸੀਂ ਉੱਥੇ ਹੀ ਪੈ ਰਹਿਣ ਦਿਓ, ਤੁਸੀਂ ਕੈਰੀ ਫਾਰਵਰਡ ਨਹੀਂ ਕਰਨਾ। ਇਹ ਜਿਤਨੇ ਵੀ ਮਨੋਵਿਗਿਆਨਿਕ ਡਾਕਟਰ ਹੈਗੇ ਨੇ, ਉਹ ਸਿਰਫ ਸੁਣਦੇ ਰਹਿੰਦੇ ਨੇ, ਹੋਰ ਬੋਲ ਹੋਰ ਬੋਲ, ਹੋਰ ਕੀ ਹੋਇਆ, ਹੋਰ ਕੀ ਹੋਇਆ, ਹੋਰ ਕੀ ਹੋਇਆ, ਹੋਰ ਕੀ ਹੋਇਆ। ਸੁਣੀ ਜਾਣਗੇ ਸੁਣੀ ਜਾਣਗੇ ਸੁਣੀ ਜਾਣਗੇ ਸੁਣੀ ਜਾਣਗੇ ਸੁਣੀ ਜਾਣਗੇ। ਅਗਲਾ ਜਿਹੜਾ ਬੰਦਾ ਹੈਗਾ ਉਹ ਹਲਕਾ ਹੋ ਜਾਂਦਾ। ਉਹ ਆਖਦਾ ਮੇਰੀ ਗੱਲ ਸੁਣੀ, ਮੇਰੀ ਗੱਲ ਸੁਣੀ, ਮੈਨੂੰ ਵੇਖਿਆ ਨੇ। ਉਹ ਆਨੰਦਿਤ ਹੋ ਜਾਂਦਾ। ਸੁਣਨ ਦਾ ਮਹੱਤਵ ਜ਼ਿਆਦਾ ਹੈ ਵੇਖਣ ਨਾਲ। ਇਸ ਕਰਕੇ ਬੋਡੀ ਦੇ ਅੰਦਰ ਕਿਹੜੇ ਆਰਗਨ ਤੋਂ ਰੱਬ ਪ੍ਰਵੇਸ਼ ਕਰੇਗਾ, ਉਹ ਹੈ ਕੰਨ। ਗੁਰੂ ਮਹਾਰਾਜ ਜੀ ਨੇ ਕੰਨ ਨੂੰ ਇਸੇ ਕਰਕੇ ਜਿਹੜਾ ਨਾ ਐਲੋਬੋਰੇਟਲੀ ਆਨੰਦ ਸਾਹਿਬ ਦੀ ਬਾਣੀ ਵਿੱਚ ਕਰਨ ਤੋਂ ਬਾਅਦ ਇਹ ਗੱਲਾਂ ਦਰਜ ਕੀਤੀਆਂ ਨੇ। ਉਹਨਾਂ ਨੇ ਪਹਿਲੇ ਅਨੁਭਵ ਕਰ ਲਿਆ। ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪੜ੍ਹ ਕੇ ਉਹਨਾਂ ਨੇ ਅਨੁਭਵ ਲੈ ਲਿੱਤਾ। ਫਿਰ ਆਪਣਾ ਜਿਹੜਾ ਅਨੁਭਵ ਹੈ ਸਿੰਪਲ ਭਾਸ਼ਾ ਵਿੱਚ, ਜਿਹੜਾ ਨਾ ਬਹੁਤ ਸਿੰਪਲ ਭਾਸ਼ਾ ਵਿੱਚ ਸਾਡੇ ਵਾਸਤੇ ਲਿਖ ਦਿੱਤਾ। ਉਹ ਇਹ ਨਹੀਂ ਆ, ਉਹ ਆਖ ਰਹੇ ਇਹ ਮੇਰੇ ਸਰੀਰਾ, ਮੇਰੇ ਕੰਨ, ਮੇਰੇ ਅੱਖ ਆਇਆ ਕਿਸ ਕੰਮ ਵਾਸਤੇ, ਮੇਰਾ ਮੇਰਾ ਬੋਲ ਕੇ ਆਖ ਰਹੇ। ਲੇਕਿਨ ਅਸੀਂ ਉਹਨਾਂ ਨੂੰ ਪੜ੍ਹਨਾ ਹੈਗਾ। ਅਸੀਂ ਉਹਨਾਂ ਦੀ ਗੱਲ ਤੋਂ ਸਮਝ ਕੇ
ਸਮਝ ਜਾਣਾ ਕਿ ਬਈ ਸਰੀਰ ਵਿੱਚ ਜਿਹੜੇ ਕੰਨ ਲੱਗੇ ਨੇ ਉਹ ਸੁਣਨ ਵਾਸਤੇ ਹੈਗੇ। ਉਹ ਸੁਣਨਾ ਕੀ ਹੈ? ਰੱਬ ਦਾ ਨਾਮ, ਸੱਚ। ਸੱਤ ਜਿਹੜਾ ਹੈ ਸੁਣਨ ਕਰਕੇ ਅੰਦਰ ਜਾਏਗਾ। ਸੱਤ ਹੀ परमात्मा, सत्य ही सच ही परमात्मा है। सच जिस तरह अंदर जाएगा मन शांत होएगा। मन शांत होएगा तो ਵਧਾਈ ਵੱਜੇਗੀ, ਵਧਾਈ ਵੱਜੇਗੀ ਤੇ ਪ੍ਰਵਾਨਗੀ ਆਏਗੀ। ਇਹ ਸਾਰੀ ਚੀਜ਼ਾਂ ਇੰਟਰਲਿੰਕਡ ਹੈਗੀਆਂ। ਸੋ ਆਪਾਂ ਨੂੰ ਗੁਰੂ ਸਾਹਿਬ ਬੜੇ ਪ੍ਰੇਮ ਨਾਲ, ਬੜੇ ਸੁਚੱਜੇ ਤਰੀਕੇ ਨਾਲ ਸ਼ੁਰੂ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਭ ਗੱਲਾਂ ਦਰਜ ਕਰ ਦਿੱਤੀਆਂ ਨੇ। ਔਰ ਗੁਰੂ ਅਮਰਦਾਸ ਜੀ ਨੇ ਇਹਦੇ ਉੱਤੇ ਡੀਪ ਐਕਸਪੈਰੀਮੈਂਟ ਕਰਕੇ ਆਪਣੀ ਵੀ 2-4 ਗੱਲਾਂ ਵੀ ਸੁਣੇਗਾ ਕਿੱਥੋਂ? ਸ਼ਰਵਣ ਪਠਾਏ ਨੇ, ਕੰਨ ਲਾਏ ਨੇ, ਉਸ ਦੇ ਥਰੂ ਤੂੰ ਸੁਣਨਾ ਹੈ। ਸੁਣਨ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਸੋ ਸੁਣਨ ਦੀ ਇੰਪੋਰਟੈਂਸ ਨੂੰ ਸਮਝ ਕੇ ਅਨਾਹਤ ਸ਼ਬਦ ਤੱਕ ਪਹੁੰਚੋ और सुनो, फिर जो भी है दुख कलेश सब खत्म हो जाएगा। सुनिए दुख पाप का नाम, सुनिए पोह न सके काल। फिर काल ਜਿਹੜਾ ਹੈ ਉਹ ਤੁਹਾਡਾ ਕੱਖ ਵੀ ਨਹੀਂ ਉਖਾੜ ਸਕਦਾ। ਕਾਲ ਆਪਣੀ ਜਗ੍ਹਾ ਤੇ ਰਹੇਗਾ ਔਰ ਸੁਣੇਗਾ। ਸੁਣਨ ਨਾਲ ਹੋਏਗਾ ਕੀ? ਸੁਣਨ ਨਾਲ ਤੁਹਾਡੇ ਅੰਦਰ ਇੱਕ ऐसी शक्ति उपज जाएगी, ऐसी शक्ति क्रिस्टलाइज हो जाएगी, ऐसा लिक्विड तैयार हो जाएगा ब्रेन ਦੇ ਅੰਦਰ। ਉਹ ਜਿਹੜਾ ਹੈ ਸਾਰੀ ਚੀਜ਼ਾਂ ਦਾ ਸਭ ਸਤਿਆਨਾਸ਼ ਕਰਕੇ ਰੱਖ ਦੇਗਾ ਜਿਹੜੀ ਨੈਗੇਟਿਵ ਹੈਗੀ ਹੈ। ਔਰ ਤੁਹਾਨੂੰ ਜਿਹੜਾ ਪੋਜ਼ਿਟਿਵ ਡਾਇਰੈਕਸ਼ਨ ਵਿੱਚ ਕਿੱਥੋਂ ਤੱਕ ਲੈ ਜਾਏਗਾ? ਪੋਹ ਨਾ ਸਕੇ ਕਾਲ। ਕਾਲ ਫਿਰ ਤੁਹਾਡਾ ਕੱਖ ਨਹੀਂ ਵਿਗਾੜ ਸਕਦਾ। ਕਿਉਂ? ਤੁਹਾਡੇ ਅੰਦਰ ਇੱਕ ਐਸੀ ਸਾਖਾ ਜਾਗਰਿਤ ਹੋ ਜਾਏਗਾ। ਉਹ ਜਾਗਰਿਤ ਹੁੰਦੇ ਹੀ ਤੁਹਾਨੂੰ ਕੋਈ ਕਾਲ ਜਿਹੜਾ ਉਹ ਪੋਹ ਨਹੀਂ ਸਕਦਾ। ਕਿਉਂਕਿ ਸਾਡੇ ਬ੍ਰੇਨ ਦੇ ਜਿਹੜੇ ਸੈੱਲ ਇਨਐਕਟਿਵ ਹੈਗੇ ਨੇ ਉਹ ਐਕਟੀਵੇਟ ਹੋ ਜਾਣਗੇ। ਉਹਨਾਂ ਦੇ ਐਕਟੀਵੇਟ ਹੋਣ ਨਾਲ ਕਾਲ ਤੁਹਾਡਾ ਕੁਛ ਨਹੀਂ ਕਰ ਸਕਦਾ। ਕਿਉਂ? ਹੁਣ ਤੁਸੀਂ ਨਹੀਂ ਰਹੇ, ਤੁਸੀਂ ਅਲੱਗ ਹੋ ਗਏ ਹੋ। ਉਹ ਵੇਖਣ ਵਾਲਾ ਜਿਹੜਾ ਉਹ ਅਲੱਗ ਹੋ ਗਿਆ। ਵੇਖਣ ਹਾਰਾ ਜਿਹੜਾ ਸਾਖਾ ਹੈ ਉਹ ਅਲੱਗ ਹੋ ਜਾਏਗਾ। ਉਹ ਕ੍ਰਿਸਟਲਾਈਜ਼ ਹੋਏਗਾ ਕਦ? ਜਦ ਆਪਾਂ ਅਨਾਹਤ ਬਾਣੀ ਸੁਣਾਂਗੇ। ਉਸ ਨੂੰ ਸੱਚੀ ਬਾਣੀ ਵੀ ਆਖਿਆ ਹੈ, ਉਸ ਨੂੰ ਗੁਰਬਾਣੀ ਵੀ ਆਖਿਆ ਹੈ। ਇਹ ਵੀ ਗੁਰਬਾਣੀ ਹੈ, ਉਹ ਵੀ ਗੁਰੂ ਦੀ ਬਾਣੀ ਹੈ। ਅਨਾਹਤ ਸ਼ਬਦ, ਸੱਚੀ ਬਾਣੀ, ਗੁਰਬਾਣੀ, ਕੀਰਤਨ, ਹਰ ਕੀਰਤਨ ਉਹ ਹੈਗਾ। ਇਹ ਜਿਹੜਾ ਰਾਗੀ ਸਿੰਘ ਕਰਦੇ ਨੇ ਇਹ ਕਾਪੀ ਹੈਗੀ ਉਸੇ ਦੀ, ਲੇਕਿਨ ਅਸਲੀ ਟਰੂ ਜਿਹੜਾ ਹੈ ਉਹ ਹੈਗੀਆਂ ਨੇ ਬਾਣੀਆਂ। ਲੇਕਿਨ ਉਹ ਹੌਲੀ ਹੌਲੀ ਸਮਝ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਨ ਨਾਲ ਤੁਹਾਡੇ ਅੰਦਰ ਪਰਮਾਤਮਾ ਜਾਗਰਤ ਹੋਏਗਾ ਅੰਦਰਲੇ ਪਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ